ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਦੂਜਾ। ਏਕ ਨੇਹੀ ਆਸ਼ਿਕੀ ਦੂਜੈ ਲੱਗੈ ਜਾਏ। ਨਾਨਕ ਆਸ਼ਿਕ ਕਾਂਡੀਐ ਸਦ ਹੀ ਰਹਿ ਸਮਾਏ। ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ। ਆਸ਼ਿਕ ਇਹ ਨਾ ਆਖੀਐ ਜੇ ਲਿਖੈ ਵਰਤੈ ਸੋਏ। ਆਸ਼ਿਕ ਇਹ ਨਾ ਆਖੀਐ ਜੇ ਲਿਖੈ ਵਰਤੈ ਸੋਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਪਵਿੱਤਰ ਆਸਾ ਕੀ ਵਾਰ ਦੀ ਲੜੀ ਵਾਰ ਵਿਚਾਰ ਕਰ ਰਹੇ ਹਾਂ। 20 ਪੌੜੀਆਂ ਅਤੇ 20 ਪੌੜੀਆਂ ਦੇ ਨਾਲ ਆਏ ਹੋਏ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 21ਵੀਂ ਪੌੜੀ ਤੇ 21ਵੀਂ ਪੌੜੀ ਦੇ ਨਾਲ ਆਏ ਸ਼ਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਆਓ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ ਜੀ। ਸ਼ਲੋਕ ਮਹੱਲਾ ਦੂਜਾ। ਇਹ ਸ਼ਲੋਕ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਹੈ। ਇਹ ਕਨੇਹੀ ਆਸ਼ਿਕੀ ਦੂਜੈ ਲੱਗੈ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਸ਼ਿਕ ਬਾਰੇ ਸਮਝਾਉਣਾ ਚਾਹੁੰਦੇ ਹਨ। ਇਸ਼ਕ ਤੇ ਆਸ਼ਿਕ ਇਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਇਸ਼ਕ ਮਜਾਜੀ ਹੁੰਦਾ, ਇੱਕ ਇਸ਼ਕ ਹਕੀਕੀ ਹੁੰਦਾ। ਇਸ਼ਕ ਮਜਾਜੀ ਜਿਹੜਾ ਹੁੰਦਾ ਉਹ ਸਰੀਰਾਂ ਦਾ ਇਸ਼ਕ ਹੁੰਦਾ, ਤੇ ਜਿਹੜਾ ਇਸ਼ਕ ਹਕੀਕੀ ਹੈ ਉਹ ਹਕੀਕਤ ਦੇ ਨਾਲ, ਸੱਚ ਦੇ ਨਾਲ, ਸੱਚੇ ਪਰਮਾਤਮਾ ਦੇ ਨਾਲ ਇਸ਼ਕ ਹੁੰਦਾ। ਦੁਨੀਆਦਾਰੀ ਦੇ ਕਿੱਸੇ ਤਾਂ ਆਪਾਂ ਜਾਣਦੇ ਹੀ ਹਾਂ, ਪਰ ਐਸੇ ਵੀ ਆਸ਼ਿਕ ਹੋਏ ਆ ਜਿਹੜਾ ਆਪਣਾ ਆਪ ਜਿਹੜੇ ਨਿਸ਼ਾਵਰ ਕਰ ਗਏ ਹਕੀਕਤ ਦੇ ਉੱਪਰ, ਸੱਚ ਦੇ ਉੱਪਰ। ਉਹਨਾਂ ਨੂੰ ਇਸ਼ਕ ਹਕੀਕੀ ਕਹਿ ਸਕਦੇ ਹਾਂ ਆਪਾਂ। ਜਿਵੇਂ ਮੰਨ ਲਓ ਆਪਾਂ ਸਿੱਖ ਧਰਮ ਦੇ ਵਿੱਚ ਦੇਖੀਏ, ਸਿੱਖ ਧਰਮ ਦੇ ਵਿੱਚ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ। 10 ਗੁਰੂ ਸੱਚ ਦੇ ਆਸ਼ਿਕ ਹੋਏ ਆ, ਪਰਮਾਤਮਾ ਅਕਾਲ ਪੁਰਖ ਦੇ ਆਸ਼ਿਕ ਹੋਏ ਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੱਤੀ ਤਵੀ 'ਤੇ ਬੈਠਣਾ ਮਨਜ਼ੂਰ ਕਰ ਲਿਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਸ਼ਿਕ ਹੋਏ ਆ ਪਰਮਾਤਮਾ ਦੇ, ਉਹਨਾਂ ਦੀ ਵੀ ਸ਼ਹੀਦੀ ਹੁੰਦੀ ਹੈ। ਉਸ ਤੋਂ ਬਾਅਦ ਗੁਰੂਆਂ ਦੇ ਆਸ਼ਿਕ ਆ ਜਿਹੜੇ ਉਹ ਸਿੱਖ ਹੋਏ ਆ। ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ 3 ਪਿਆਰੇ ਸਿੱਖ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਪਹਿਲਾਂ ਸ਼ਹੀਦ ਹੋਏ। ਉਹਨਾਂ ਨੂੰ ਵੀ ਆਪਾਂ ਸੱਚੇ ਆਸ਼ਿਕ ਕਹਿ ਸਕਦੇ ਹਾਂ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ, ਛੋਟੇ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਉਹਨਾਂ ਨੇ ਵੀ ਹਕੀਕਤ ਦੇ ਨਾਲ, ਸੱਚ ਦੇ ਨਾਲ ਇਸ਼ਕ ਕੀਤਾ ਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਕੁਰਬਾਨੀਆਂ ਦੇ ਗਏ ਇਸ ਸੱਚ ਤੋਂ, ਸੱਚੇ ਆਸ਼ਿਕ ਬਣੇ। ਸਤਿਗੁਰੂ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਵੀ ਇਹ ਸਮਝਾ ਰਹੇ ਹਨ, ਇਹ ਕਨੇਹੀ ਆਸ਼ਕੀ।
ਆਸ਼ਕੀ ਕਰਨੀ ਹੈ ਤਾਂ ਕਰ ਭਾਈ, ਸੱਚ ਦੇ ਨਾਲ ਕਰ, ਗੁਰੂ ਦੇ ਨਾਲ ਕਰ, ਗੁਰਬਾਣੀ ਦੇ ਨਾਲ ਕਰ, ਗਿਆਨ ਦੇ ਨਾਲ ਕਰ, ਪਰਮਾਤਮਾ ਨਾਲ ਕਰ, ਰੱਬ ਨਾਲ ਕਰ। ਜੇ ਆਸ਼ਕੀ ਕਰਨੀ ਹੈ ਤਾਂ ਏਕ ਨੇਹੀ ਆਸ਼ਕੀ ਦੂਜਾ ਲੱਗਿਆ ਜਾਏ। ਉਹ ਧਰਮੀ ਬੰਦਿਆਂ ਦੀ, ਧਰਮੀ ਬੰਦੇ ਕਾਹਦੇ ਆਸ਼ਕ ਹੁੰਦੇ ਆ? ਸੱਚ ਦੇ। ਧਰਮੀ ਬੰਦਿਆ ਤੂੰ ਸੱਚ ਦੀ, ਜਾਂ ਕਹਿ ਲਈਏ ਵੀ ਗੁਰੂ ਦੇ ਨਾਲ ਸੰਬੰਧ ਬਣਾ ਕੇ ਰੱਖ। ਤੂੰ ਉਦੋਂ ਥੱਲੇ ਨਾ ਦੂਜਾ ਲੱਗਿਆ ਜਾਏ ਹੁੰਦਾ। ਦੂਜਾ ਭਾਅ ਕੀ ਹੈ? ਮਾਇਆ ਵਾਲਾ ਪੱਖ। ਮਾਇਆ ਵਾਲੇ ਪੱਖ ਨੂੰ ਛੱਡ ਕੇ ਸੱਚਾ ਆਸ਼ਕ ਬਣ ਭਾਈ। ਇੱਕ ਗੁਰੂ ਦੇ ਨਾਲ ਜੇ ਇਸ਼ਕ ਕਰਨਾ, ਗੁਰਬਾਣੀ ਨਾਲ ਇਸ਼ਕ ਕਰਨਾ, ਸੱਚ ਨਾਲ ਇਸ਼ਕ ਕਰਨਾ, ਤਾਂ ਸੱਚਾ ਆਸ਼ਕ ਬਣ ਭਾਈ ਗੁਰੂ ਦੇ ਸਿੱਖਾ। ਏਕ ਨੇਹੀ ਆਸ਼ਕੀ ਦੂਜਾ ਲੱਗਾ ਭਾਈ। ਇਹ ਕਾਹਦੀ ਆਸ਼ਕੀ? ਤੂੰ ਗੁਰੂ ਨੂੰ ਛੱਡ ਕੇ ਮਾਇਆ ਦੇ ਪਿੱਛੇ ਪੈ ਗਿਆ। ਭਾਵ ਗੋਲਕ ਨੂੰ ਛੱਡ ਕੇ ਗੁਰੂ ਦੇ ਨਾਲ ਆਸ਼ਕੀ ਕਰ। ਇਹ ਆਸ਼ਕੀ ਨਹੀਂ ਹੈ ਵੀ ਤੇਰਾ ਗੁਰੂ ਦੇ ਨਾਲ ਤਾਂ ਪ੍ਰੇਮ ਨਹੀਂ ਹੈ, ਤੂੰ ਹੇਠਾਂ ਹੀ ਦੂਜੇ ਪਾਸੇ ਮਾਇਆ ਵਾਲੇ ਪਾਸੇ ਲੱਗ ਕੇ ਬੈਠ ਗਿਆ। ਇਹ ਕਾਹਦੀ ਆਸ਼ਕੀ ਹੋਈ ਭਾਈ? ਨਾਨਕ ਆਸ਼ਿਕ ਕਾਂਢੀ ਐ, ਸਦ ਹੀ ਰਹਿ ਸਮਾਏ। ਮਹਾਰਾਜ ਸਮਝਾ ਰਹੇ ਹਨ, ਸੱਚਾ ਆਸ਼ਿਕ ਤਾਂ ਉਹ ਹੁੰਦਾ ਭਾਈ, ਉਹਨੂੰ ਮੰਨ ਸਕਦੇ ਹਾਂ ਅਸੀਂ, ਸਦ ਹੀ ਰਹਿ ਸਮਾਏ, ਸਦਾ ਹੀ ਪਰਮਾਤਮਾ ਦੇ ਵਿੱਚ ਸਮਾ ਜਾਵੇ। ਉਹਨੂੰ ਆਸ਼ਕ, ਸੱਚਾ ਆਸ਼ਕ ਕਹਿ ਸਕਦੇ ਹਾਂ, ਇਸ਼ਕ ਹਕੀਕੀ ਕਹਿ ਸਕਦੇ ਹਾਂ, ਉਹਨੂੰ ਆਸ਼ਕ ਸੋਹਣਾ ਸਿਆਣਾ ਆਸ਼ਕ ਕਹਿ ਸਕਦੇ ਹਾਂ, ਜਿਹੜਾ ਸਦਾ ਹੀ ਪਰਮਾਤਮਾ ਦੇ ਵਿੱਚ ਸਤਿਗੁਰੂ ਦੇ ਰਾਹੀਂ ਸਮਾ ਜਾਵੇ। ਜਾਂ ਆਪਾਂ ਐਂ ਕਹਿ ਲਈਏ, ਜਿਹੜਾ ਸਿੱਖ ਗੁਰੂ ਨੂੰ ਪਿਆਰ ਕਰਦਾ, ਗੁਰੂ ਨੂੰ ਪ੍ਰੇਮ ਕਰਦਾ, ਉਹ ਹਰ ਸਮੇਂ ਗੁਰੂ ਦੇ ਨਾਲ ਹੀ ਪ੍ਰਭਾਵਿਤ ਹੋਇਆ ਰਹਿੰਦਾ, ਗੁਰੂ ਦੇ ਨਾਲ ਹੀ ਜੁੜਿਆ ਰਹਿੰਦਾ, ਗਿਆਨ ਦੇ ਨਾਲ ਹੀ ਜੁੜਿਆ ਰਹਿੰਦਾ। ਇਹ ਸੱਚੀ ਆਸ਼ਕੀ ਹੈ ਜੀ। ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਚੰਗਾ ਚੰਗਾ ਕਰ ਮੰਨੇ। ਹੁਣ ਇਸ਼ਕ ਕਰ ਲਿਆ, ਮੰਨ ਲਓ ਕਿਸੇ ਨੇ ਇਸ਼ਕ ਕਰ ਲਿਆ ਰੱਬ ਨਾਲ, ਹੁਣ ਰੱਬ ਦਾ ਹਰ ਕੰਮ ਕੀਤਾ ਹੋਇਆ ਸਾਨੂੰ ਚੰਗਾ ਮੰਨਣਾ ਚਾਹੀਦਾ। ਇਹ ਨਹੀਂ ਹੈ ਬਈ ਰੱਬ ਦੇ ਅੱਧੇ ਕੰਮ ਸਾਨੂੰ ਪਸੰਦ ਆ ਜਾਣ, ਜਿਹੜੇ ਫਾਇਦੇ ਦੇ ਆ, ਜਿਹੜੇ ਲੱਗਦਾ ਸਾਨੂੰ ਸਾਡਾ ਨੁਕਸਾਨ ਕਰ ਰਿਹਾ, ਉਹ ਰੱਬਾ ਤੂੰ ਕਿਉਂ ਕੀਤਾ, ਕਿਉਂ ਕੀਤਾ, ਕੀ ਕੀਤਾ? ਨਾ, ਉਹਨੂੰ ਆਸ਼ਿਕ ਨਹੀਂ ਕਿਹਾ ਜਾਂਦਾ। ਜਿਹੜਾ ਚੰਗੇ ਮੰਦੇ ਦੇ ਵਿੱਚ ਹੋਵੇ, ਆਸ਼ਿਕ ਤਾਂ ਆਪਣੇ ਇਸ਼ਕ ਦੇ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੰਦੇ ਆ, ਆਪਣਾ ਆਪ ਨਿਸ਼ਾਵਰ ਕਰ ਦਿੰਦੇ ਆ। ਲਾਟ ਦੇ ਉੱਤੇ ਪਤੰਗਾ ਆ ਕੇ ਮੱਚ ਜਾਂਦਾ, ਸੱਚ ਦੇ ਉੱਪਰ ਸੱਚ ਦੇ ਆਸ਼ਿਕ ਜਿਹੜੇ ਸੜਕੇ ਮਰ ਜਾਂਦੇ ਆ, ਪਰ ਉਹ ਚੰਗਾ ਮੰਦਾ ਨਹੀਂ ਸੋਚਦੇ। ਇਹ ਨਹੀਂ ਸੋਚਦੇ ਵੀ ਆਹ ਮੇਰੇ ਵਾਸਤੇ ਚੰਗਾ ਤੇ ਆਹ ਮੇਰੇ ਵਾਸਤੇ ਮਾੜਾ। ਇਸ ਕਰਕੇ ਭਾਈ ਜੋ ਪ੍ਰਮਾਤਮਾ ਕਰ ਰਿਹਾ ਜਾਂ ਜੋ ਗੁਰਬਾਣੀ ਫਰਮਾਨ ਕਰ ਰਹੀ ਹੈ, ਉਹਨੂੰ ਇਹ ਨਾ ਕਹਿ ਵੀ ਆਹ ਮੇਰੇ ਫਾਇਦੇ ਦਾ, ਆਹ ਮੇਰੇ ਫਾਇਦੇ ਦਾ ਨਹੀਂ ਹੈ, ਆਹ ਗੱਲ ਮੈਂ ਮੰਨ ਲਾਂ, ਆਹ ਗੱਲ ਮੈਂ ਨਾ ਮੰਨਾਂ। ਇਸ ਤਰ੍ਹਾਂ ਆਸ਼ਿਕ ਨਹੀਂ ਕਿਹਾ ਜਾਂਦਾ, ਆਸ਼ਕੀ ਨਹੀਂ ਹੁੰਦੀ ਭਾਈ। ਆਸ਼ਿਕ ਇਹ ਨਾ ਆਖੀਐ, ਜੇ ਲੇਖੇ ਵਰਤੈ ਸੋਏ। ਉਹਨਾਂ ਨੂੰ ਆਸ਼ਿਕ ਨਹੀਂ ਕਿਹਾ ਜਾਂਦਾ ਜਿਹੜੇ ਲੇਖੇ ਦੇ ਵਿੱਚ ਵਰਤੜਿਆ, ਲਿਖਦੇ ਆ ਕਿ ਲੇਖੇ ਦੇ ਵਿੱਚ ਰੱਖਦੇ ਆ ਉਹ ਪ੍ਰਮਾਤਮਾ ਨੂੰ ਕਿ ਆਹ ਚੰਗਾ, ਆਹ ਮਾੜਾ, ਇਸ ਤਰ੍ਹਾਂ ਕਰ ਲਈਏ, ਇਸ ਤਰ੍ਹਾਂ ਨਾ ਕਰੀਏ, ਆਹ ਰੱਬ ਨੇ ਐਂ ਕਰਤਾ, ਆਹ ਨਾ। ਜਿਹੜਾ ਸੱਚਾ ਆਸ਼ਿਕ ਆ ਰੱਬ ਦਾ, ਉਹ ਰੱਬ ਦੀ ਕੀਤੀ ਨੂੰ, ਹਰੇਕ ਗੱਲ ਨੂੰ ਭਾਣੇ ਦੇ ਵਿੱਚ ਸੱਤ ਕਰਕੇ ਮੰਨਦਾ। ਜਿਹੜਾ ਗੁਰੂ ਦਾ ਆਸ਼ਿਕ ਆ ਸਿੱਖ, ਉਹ ਗੁਰੂ ਤੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਨਹੀਂ ਕਰਦਾ। ਉਹਦੇ ਗੁਰਬਾਣੀ ਦੇ ਉਲਟ ਚੱਲਣਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਤਾਂ ਗੁਰਬਾਣੀ ਤੇ ਕਿੰਤੂ ਪ੍ਰੰਤੂ ਵੀ ਨਹੀਂ ਕਰਦਾ। ਜਿਹੜਾ ਗੁਰਬਾਣੀ ਦਾ ਆਸ਼ਿਕ ਬਣ ਜਾਂਦਾ, ਜਿਹੜਾ ਗੁਰੂ ਦਾ ਆਸ਼ਿਕ ਬਣ ਜਾਂਦਾ। ਜਿਹੜੇ ਲੇਖਾ ਰੱਖਦੇ ਆ ਚੰਗਾ ਮਾੜਾ, ਇੰਨਾ ਕੁ ਮਿਲ ਗਿਆ, ਇੰਨਾ ਕੁ ਕਿਤੇ ਹੋਰ ਮਿਲ ਜੂ, ਇੰਨਾ ਕੁ ਐਂ ਹੋ ਜੂ, ਇੰਨਾ ਕੁ, ਉਹ ਮਾਇਆ ਦੇ ਵਿੱਚ ਫਸੇ ਹੋਏ ਆ। ਉਹਨਾਂ ਨੂੰ ਸੱਚੇ ਆਸ਼ਿਕ ਨਹੀਂ ਕਿਹਾ ਜਾ ਸਕਦਾ ਜੀ। ਮਹੱਲਾ ਦੂਜਾ। ਦੂਜਾ ਸ਼ਲੋਕ ਵੀ ਦੂਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਹੀ ਉਚਾਰਨ ਕੀਤਾ ਹੋਇਆ ਹੈ। ਸਲਾਮ ਜਵਾਬ ਦੋ ਵੈ ਕਰੇ, ਮੁੱਢੋਂ ਕੁੱਥਾ ਜਾਏ। ਨਾਨਕ ਦੋਵੈ ਕੂੜੀਆਂ, ਥਾਏ ਨ ਕਾਈ ਪਾਏ। ਸਲਾਮ
परमात्मा नूं सलाम भी करदा, रब नूं सलाम भी करदा, गुरु नूं सलाम भी करदा, गुरु दे अगे मत्था भी टेकदा। गुर परमेश्वर एको जान, साडे वास्ते गुरु ते गुरु दा ज्ञान, परमेश्वर ते परमेश्वर दा ज्ञान इक्को ही गल है। हुण ऐ मनुख, ऐ गुरमुख प्यारिया, तू गुरु नूं सलाम भी करदा ते गुरु दा कहा होया मनदा भी नहीं, जवाब भी दिना। जे गुरु कह रहा भी तीर्थ नहावन जाओ, तीर्थ नाम है, तीर्थ शब्द विचार अंतर ज्ञान है, तेनों तीर्थां ते जाणों रोकिया, तेनों कहा भाई इस तरह तेरा ज्ञान ही तीर्थ है, अंदरले ज्ञान दे तीर्थ ते इशनान करना, पर तू मन्निया, तू बाहरले इशनानां दे विच फस गया। इस तरह दोनों ही कर रहा, मत्था भी टेक रहा, गुरु नूं मत्था भी टेक देना ते गुरु दी गल भी ना मननी। रब नूं कहना मैं मनदा भी हाँ, रब दे कीते ते किंतु परंतु करना, दोने सुभाव बन जाने, दोने पाखी। सलाम जवाब दोवें करे, जां तां सलाम ना कर, सीधा ही जवाब आ, ते जां फिर जवाब ना दे, जे सलाम कीती है तां सत बचन कह के मन। सलाम जवाब दोवें करे। महाराज समझा रहे हैं कि कुछ गल्लां तां गुरु ग्रंथ साहिब जी दीयां चंगियां लगदियां सानूं, ते कुछ गल्लां जिथे चोट पैंदी आ वो छड्ड के चले जाने, वो गांह हो जाने आ। इस तरह गल नहीं बननी। सलाम जवाब दोवे करे, मुढ़ों कुत्था जाए। जेड़ा गुरु नूं सलाम भी करदा ते गुरु दा कहिया मनदा नहीं, महाराज कहंदे ये तां मुढ़ तो ही समझ लो गलत हो गया, सही राह ते चलना ही नहीं, कुत्था हुंदा खुंझिया होया, मुढ़ तो ही खुंझ गया, वो तां इस रास्ते ते चल ही नहीं सकदा। सच दे रास्ते ते कौन चलू? जो गुरु दे मुताबिक चलू। सिख ने गुरु दे मुताबिक चल के परमात्मा की प्राप्ति करनी है, ते अपनी मर्जी नाल खड़ी गड्डी नूं रेसां जिन्नियां मर्जी देई चलो, पर आत्मक सफ़र नहीं हो सकता। महाराज समझा रहे हैं जिहड़ा दोवें गल्लां करदा, मत्था भी टेकदा ते गुरु की गल भी नहीं मनदा, वो तां समझ लो मुढ़ों ही जिहड़ा है खुंझिया होया, वो सच दे रास्ते ते नहीं चल सकदा जी। नानक दोवे कूड़ियाँ थाए न काई पाए। जिन्ने मर्जी मत्थे टेकी जाओ, जिन्ने मर्जी जो मर्जी करी जाओ, भावें लम्मे पै जाओ गुरु दे अगे। महाराज समझा रहे हैं दोनों ही कूड़ियाँ, दोनों गल्लां ही कूड़ियाँ, जवाब भी झूठा ते सवाल भी दोनों ही गलत आ। थाए ना काई पाए, थाए नहीं पैंदी, कोई भी गल थाए नहीं पैंदी, सेवा कीती थाए नहीं पैंदी जे गुरु की गल मन के ना सेवा करांगे। जे तां गुरु की गल मन्नांगे, मन लांगे, फिर तां सारा कुछ ही ठीक आ, नहीं तो थाए ना काई पाए। गुरु तो उल्ट चल के, गुरु तो जिहड़ा है पासा वट के असी कुछ नहीं कर सकते, दोने गल्लां नहीं चलणियां। महाराज इत्थे ताड़ना कर रहे आ, जे तू गुरु दा सिख बनना, आशिक बनना, रब दा सच्चा सिख बन पहला, फिर सच्चा आशिक बनेगा। जो गुरु कह रहा उहदे मुताबिक चल, जवाब ना दे। असी अदक मन लैने आ, जेड़े थोड़े जे नरम शब्द आ, जेड़े थोड़े जे करड़े शब्द आ, उन्हां नूं असी छड्ड जाने आ, पासा वट जाने आ। महाराज कहंदे ना, ये कम नहीं होना। सलाम जवाब दोवें करे, मुढ़ों कुत्था जाए। नानक दोवे कूड़ियाँ थाए ना काई पाए। उहदी सलाम भी झूठी, उहदा जवाब भी झूठा, दोने गल्लां ही झूठियां। उहदा कोई भी काम कीता होया थाए नहीं पैंदा। भाव अर्थ बन गया, जे असीं रब की प्राप्ति वास्ते चलना तो गुरु के मुताबिक चलना पवेगा। जो गुरु दसेगा, जो गुर कहे सोई भल मनो, ਉਹੀ ਭਲਾ ਮੰਨੋ, ਉਹੀ ਮੰਨ ਕੇ ਅੱਗੇ ਨੂੰ ਰਸਤਾ ਜਿਹੜਾ ਆਤਮਿਕ ਸਫ਼ਰ ਅਸੀਂ ਗੁਰੂ ਦੇ ਨਾਲ ਜੁੜ ਕੇ, ਗਿਆਨ ਦੇ ਨਾਲ ਜੁੜ ਕੇ, ਗੁਰੂ ਦਾ ਪੱਲਾ ਪਕੜ ਕੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਚੱਲ ਕੇ ਇਹ ਸਫ਼ਰ ਕਰ ਸਕਦੇ ਹਾਂ। ਤੇ ਨਹੀਂ ਤਾਂ ਮੁੱਢੋਂ ਹੀ ਕੁੱਥੇ ਆ ਅਸੀਂ। ਦੋਨੋਂ ਹੀ ਗੱਲਾਂ ਸਾਡੀਆਂ ਝੂਠੀਆਂ, ਕੁਝ ਵੀ ਕਰੀ ਜਾਈਏ ਥਾਏ ਨਹੀਂ ਪਵੇਗਾ ਜੀ। ਪੌੜੀ जित सेविया सुख पाईऐ, सो साहिब सदा संभालीऐ। पौड़ी दे विच फरमान कर रहे हैं, जित सेविया, जिहदी सेवा कीती। हुण सेवा दो तरह की हुंदी है, एक तां बाहरली सेवा, एक सेविया का अर्थ है सेवन करना, छकना, खाना। जो कुछ भी असीं सुणदे आ, कन्नां राहीं साडा मन छकदा।
ਜਿਹੋ ਜਿਹਾ ਅਸੀਂ ਸੁਣਦੇ ਸੁਣਿਆਂ ਦੀਆਂ 4 ਪੌੜੀਆਂ ਮਹਾਰਾਜ ਨੇ ਲਾਈਆਂ ਹੋਈਆਂ। ਜੋ ਕੁਝ ਵੀ ਸਾਡੇ ਬੱਚੇ ਅਸੀਂ ਸੁਣਦੇ ਹਾਂ ਉਹੋ ਜਿਹਾ ਬਣਦੇ ਜਾਂਦੇ ਆ। ਮਹਾਰਾਜ ਕਹਿੰਦੇ ਆ ਉਹੋ ਜਿਹਾ ਭੋਜਨ ਛਕਿਆ ਜਾਂਦਾ, ਸਾਡਾ ਮਨ ਉਹੋ ਜਿਹਾ ਭੋਜਨ ਛਕ ਲੈਂਦਾ। ਝੂਠ ਸੁਣੇ ਝੂਠਾ ਬਣ ਜਾਊਗਾ, ਸੱਚ ਸੁਣੇ ਸੱਚਾ ਬਣ ਜਾਊਗਾ। ਜਿਤ ਸੇਵਿਆਂ, ਜਿਹਦੀ ਸੇਵਾ ਕੀਤਿਆਂ, ਜੋ ਭੋਜਨ ਛਕਿਆ, ਸੱਚ ਦਾ ਭੋਜਨ ਛਕਿਆ, ਨਾਮ ਦਾ ਭੋਜਨ ਛਕਿਆ, ਸੁਖ ਪਾਈਐ। ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਇੱਕ ਸੁੱਖ ਆ ਤੇ ਇੱਕੋ ਹੀ ਦੁੱਖ ਆ। ਉਦੋਂ ਬਾਅਦ ਸਾਰੀ ਗਾਂ ਬੇਲ ਸ਼ੁਰੂ ਹੁੰਦੀ ਹੈ। ਸੱਸੇ ਨੂੰ ਵੀ ਔਂਕੜ ਆ, ਖੱਖੇ ਨੂੰ ਵੀ ਔਂਕੜ ਆ। ਸੁੱਖ ਬਣ ਗਿਆ ਇੱਕੋ ਹੀ ਸੁੱਖ ਹੋਣਾ ਤੇ ਇੱਕੋ ਹੀ ਦੁੱਖ ਹੋਣਾ। ਉਹ ਸਾਰੇ ਜਿਹੜੀ ਗਾਂ ਅੱਗੇ ਦੀ ਅੱਗੇ ਗੱਲ ਉੱਥੋਂ ਸ਼ੁਰੂ ਹੋਣੀ ਹੈ। ਸੁੱਖ ਕੀ ਹੈ? ਆਤਮਾ ਤੇ ਪ੍ਰਮਾਤਮਾ ਦਾ ਮਿਲਾਪ। ਇਹ ਸੁੱਖ ਆ, ਜੋੜ ਮਿਲਾਪ। ਇਹ ਸੁੱਖ ਆ। ਇਦੋਂ ਅੱਗੇ ਸੁੱਖਾਂ ਦੇ ਫਲ ਲੱਗਣਗੇ। ਤੇ ਵਿਛੋੜਾ ਕੀ ਹੈ? ਦੁੱਖ। ਤੇ ਫਿਰ ਦੁੱਖਾਂ ਦੇ ਫਲ ਲੱਗਣਗੇ। ਆਤਮਿਕ ਸੁੱਖ ਦੀ ਪ੍ਰਾਪਤੀ ਕਰ ਲਈ ਤਾਂ ਜੀਵਨ ਸੁਖੀ ਹੋ ਜਾਵੇਗਾ। ਅੰਦਰੋਂ ਨਹੀਂ ਜੁੜਿਆ, ਅੰਦਰਲਾ ਕਾਰਜ ਨਹੀਂ ਹੋਇਆ, ਜਿਹੜਾ ਮਹਾਰਾਜ ਨੇ ਕਿਹਾ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਫਿਰ ਬੰਦਾ ਦੁਖੀ ਰਹੇਗਾ ਸਾਰੀ ਉਮਰ। ਜੇ ਸੁਖੀ ਹੋਣਾ ਚਾਹੁੰਦੇ ਆ, ਹੁਣ ਸਾਰੇ ਹੀ ਸੁਖੀ ਹੋਣਾ ਚਾਹੁੰਦੇ ਆ, ਮਹਾਰਾਜ ਇੱਕ ਨੁਕਤਾ ਸਮਝਾ ਰਹੇ ਹਨ। ਜਿਤ ਸੇਵਿਆਂ ਸੁਖ ਪਾਈਐ, ਜਿਸ ਪਰਮਾਤਮਾ ਨੂੰ ਯਾਦ ਕਰਨ ਦੇ ਨਾਲ, ਜਿਹੜਾ ਗਿਆਨ ਸੇਵਨ ਕਰਨ ਦੇ ਨਾਲ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ, ਸੋ ਸਾਹਿਬ ਸਦਾ ਸੰਭਾਲੀਐ। ਸਦਾ ਹਿਰਦੇ ਦੇ ਵਿੱਚ ਉਹ ਸਾਹਿਬ ਦੀ, ਮਾਲਕ ਦੀ ਸੰਭਾਲਣਾ ਕਰਨੀ ਚਾਹੀਦੀ ਹੈ, ਜਿਹਦੇ ਨਾਲ ਆਤਮਿਕ ਸੁੱਖ ਮਿਲਦਾ। ਹੇ ਸਿੱਖਾ, ਤੇਰੀ ਗੁਰਬਾਣੀ ਤੈਨੂੰ ਸੁੱਖ ਦਿੰਦੀ ਹੈ। ਤੇਰਾ ਗੁਰੂ ਬਾਣੀ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਸਤਾਰੇ। ਜੇ ਤਾਂ ਮੰਨ ਲਿਆ ਸੇਵਕ ਮੰਨ ਕੇ, ਫਿਰ ਤਾਂ ਗੁਰੂ ਪ੍ਰਤੱਖ ਹੋ ਕੇ ਬੋਦਾ ਫੜ ਕੇ ਤਾਰ ਦੇਣਗੇ। ਜੇ ਮੰਨਿਆ ਹੀ ਨਾ ਭਾਈ, ਉਲਟੀ ਚੱਲੀ ਗਿਆ, ਫੇਰ ਨਹੀਂ। ਕਿਉਂਕਿ 2 ਤਰ੍ਹਾਂ ਦੇ ਧਰਮੀ ਹੈ। ਇੱਕ ਮਾਇਆ ਕਮਾਉਣ ਵਾਸਤੇ ਧਰਮੀ ਬਣਦਾ, ਇੱਕ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ, ਜਿਹੜਾ ਕੋਈ ਹੁੰਦਾ ਹੈ ਬਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ। ਜਿਤ ਸੇਵਿਆਂ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਘਾਲੀਐ। ਇਹ ਗਿਆਨ ਆ ਭਾਈ, ਗਿਆਨ ਬਖਸ਼ਿਸ਼ ਕਰ ਰਹੇ ਹਨ ਬੜੇ ਸੌਖੇ ਤਰੀਕੇ ਦੇ ਨਾਲ। ਜਿਤ ਕੀਤਾ ਪਾਈਐ ਆਪਣਾ। ਐ ਮਨੁੱਖ, ਐ ਮੇਰੇ ਮਨਾ, ਐ ਗੁਰੂ ਦੇ ਸਿੱਖਾ, ਜੋ ਕੁਝ ਤੂੰ ਕਰੇਂਗਾ, ਜੋ ਕਰਮ ਕਰੇਂਗਾ, ਉਹੀ ਪ੍ਰਾਪਤੀ ਹੋਊਗੀ। ਜਿਤ ਕੀਤਾ, ਜੋ ਕੀਤਾ, ਪਾਈਐ ਆਪਣਾ, ਆਪਣਾ ਹੀ ਜਿਹੜਾ ਕੀਤਾ ਹੋਇਆ ਉਹ ਅੱਗੇ ਆਉਣਾ। ਤੇ ਫਿਰ ਇੱਕ ਨੁਕਤਾ, ਸਾ ਘਾਲ ਬੁਰੀ ਕਿਉਂ ਘਾਲੀਏ। ਫਿਰ ਬੁਰੀ ਘਾਲ ਕਾਹਤੋਂ ਕਰਦਾ, ਬੁਰੇ ਕੰਮ ਕਾਹਤੋਂ ਕਰਦਾ। ਜੇ ਤੂੰ ਚੰਗੇ ਕੰਮ ਕਰੇਂਗਾ, ਮੰਨ ਲਓ 5 ਸਾਲ ਚੰਗੇ ਕੰਮ ਕਰ ਲਏ, ਆਉਣ ਵਾਲਾ ਜੀਵਨ ਸੁਖੀ ਹੋਏਗਾ। 5 ਸਾਲ ਬੁਰੇ ਕੰਮ ਕਰ ਲਏ, ਆਉਣ ਵਾਲਾ ਜੀਵਨ ਦੁਖੀ ਹੋਏਗਾ। ਇਹ ਨਿਸ਼ਾਨੀ ਹੈ ਪੱਕੀ। ਜਿਤ ਕੀਤਾ ਪਾਈਐ ਆਪਣਾ, ਸਭ ਤੋਂ ਵੱਡਾ ਗਿਆਨ ਆ ਸਾਡੇ ਸਾਰਿਆਂ ਦੇ ਵਾਸਤੇ। ਜਿਹੜਾ ਕੀਤਾ ਸਾਡੇ ਮੂਹਰੇ ਆਉਣਾ, ਤੇ ਫਿਰ ਬੁਰੀ ਘਾਲ ਕਿਉਂ ਕਰੀਏ, ਬੇਈਮਾਨੀ ਦੀ ਕਮਾਈ ਕਿਉਂ ਕਰੀਏ, ਝੂਠ ਤੂਫਾਨ ਦੀ ਕਮਾਈ ਕਿਉਂ ਕਰੀਏ, ਹੇਰਾ ਫੇਰੀ ਕਿਉਂ ਕਰੀਏ। ਅਸੀਂ ਕਿਉਂ ਨਾ ਸੱਚ ਦੇ ਨਾਲ ਜੁੜੀਏ, ਜਦੋਂ ਸਾਡਾ ਕੀਤਾ ਸਾਡੇ ਮੂਹਰੇ ਆਉਣਾ। ਸਭ ਤੋਂ ਵੱਡਾ ਨੁਕਤਾ, ਸਭ ਤੋਂ ਵੱਡਾ ਗਿਆਨ ਆ ਭਾਈ। ਜਿਹਨੇ ਇਹ ਸਮਝ ਲਿਆ ਅੱਜ ਦੀ ਤਰੀਕ ਦੇ ਵਿੱਚ ਕਿ ਮੇਰਾ ਕੀਤਾ ਹੀ ਮੂਹਰੇ ਆਉਣਾ, ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ। ਬੰਦਾ ਆਪਣੇ ਕਰਮਾਂ ਕਰਕੇ ਹੀ ਦੁਖੀ ਹੁੰਦਾ, ਆਪਣੇ ਕਰਮਾਂ ਕਰਕੇ ਹੀ ਸੁਖੀ ਹੋ ਸਕਦਾ ਹੈ, ਅਗਰ ਸਤਿਗੁਰੂ ਨਾਲ ਜੁੜ ਜਾਵੇ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਪਾਪ ਬੁਰਾ, ਪਾਪੀ ਕੋ ਪਿਆਰਾ। ਪਾਪ ਕਿਉਂ ਹੁੰਦਾ? ਪਾਪ ਹੈ ਤਾਂ ਬੁਰਾ, ਮਹਾਰਾਜ ਕਹਿੰਦੇ, ਪਰ ਪਾਪੀ ਨੂੰ ਪਿਆਰਾ ਲੱਗਦਾ ਤਾਂ ਕਰਦਾ ਕਿਉਂਕਿ ਉਹਦੇ 'ਚ ਥੋੜ੍ਹਾ ਜਿਹਾ ਸੁੱਖ ਹੁੰਦਾ। ਕੋਈ ਵੀ ਚੋਰੀ ਕਰਨੀ ਹੈ, ਮੰਨ ਲਓ, ਚੋਰੀ ਕਰਨ ਦੇ ਵਿੱਚ ਜੇ ਸੁੱਖ ਨਾ ਹੋਵੇ ਤੇ ਚੋਰੀ ਕਰਨ ਕਿਉਂ? ਚੋਰੀ ਕਰਨ ਦੇ ਵਿੱਚ ਸੁੱਖ ਆ, ਪਰ ਥੋੜ੍ਹਾ ਚਿਰਾ। ਲੰਮੀ ਨਜ਼ਰ ਜਦੋਂ ਨਿਹਾਲਾਂਗੇ, ਫਿਰ ਫੜੇ ਜਾਵਾਂਗੇ, ਜੇਲ੍ਹ ਕੱਟਣੀ ਪਊਗੀ। ਥੋੜ੍ਹਾ ਜਿਹਾ ਸੁੱਖ ਹੈ, ਮਿਹਨਤ ਨਹੀਂ ਕਰਨੀ ਪਈ। ਇੱਕ ਨੇ ਦਿਹਾੜੀ ਲਾਈ, 300 ਰੁਪਈਆ ਕਮਾਇਆ, ਸਾਰੀ ਦਿਹਾੜੀ 'ਚ ਉਹਦਾ ਹੱਕ ਹਲਾਲ ਦਾ। ਇੱਕ ਨੇ ਕਿਸੇ ਦੇ 4 ਥੱਪੜ ਮਾਰ ਕੇ ਜਾਂ ਨਸ਼ਾ ਵੇਚ ਕੇ ਪੈਸਾ ਕਮਾ ਲਿਆ, ਉਹ ਸੌਖਾ ਹੋ ਗਿਆ।
ਹੁਣ ਲੱਗਦਾ ਤਾਂ ਉਹਨੂੰ ਹੈਗਾ ਵੀ ਮੈਂ ਉਹ ਦਿਹਾੜੀ ਕਰਨ ਵਾਲੇ ਨੂੰ ਸੌਖਾ, ਪਰ ਲੰਮੀ ਨਜ਼ਰ ਨਹੀਂ ਨਿਹਾਲਦਾ। ਦਿਹਾੜੀ ਕਰਨ ਵਾਲੇ ਨੂੰ ਦੁੱਖ ਨਹੀਂ ਮਿਲੇਗਾ ਅਗਲੀ ਜ਼ਿੰਦਗੀ 'ਚ, ਤੇ ਜਿਹੜਾ ਚੋਰੀਆਂ ਚਕਾਰੀਆਂ ਕਰਨ ਵਾਲਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁੱਖ ਮਿਲੇਗਾ। ਇਹ ਲੰਮੀ ਨਜ਼ਰ ਨਹੀਂ ਨਿਹਾਲਦੇ। ਮਹਾਰਾਜ ਸਮਝਾ ਰਹੇ ਹਨ, ਭਾਈ ਲੰਮੀ ਨਜ਼ਰ ਮਾਰੋ, ਅੱਗੇ ਦੇਖੋ ਕੀ ਹੋਵੇਗਾ। ਮੰਦਾ ਮੂਲ ਨਾ ਕੀਚੇ, ਮੂਲੋਂ ਹੀ ਛੱਡ ਦਿਓ ਮੰਦੇ ਕਰਮ, ਮੰਦੇ ਬੰਦਿਆਂ ਦਾ ਸਾਥ ਛੱਡ ਦਿਓ, ਬੁਰਿਆਂ ਦਾ ਸਾਥ ਛੱਡ ਦਿਓ, ਚੰਗਿਆਂ ਦਾ ਸਾਥ ਕਰ ਲਓ। ਭਾਈ ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਮਾਰ ਕੇ ਦੇਖੋ, ਸਾਰਾ ਕੁਝ ਕੀਤਾ ਹੋਇਆ ਤੁਹਾਡੇ ਮੂਹਰੇ ਹੀ ਆਉਣਾ, ਸਭ ਦਾ ਕੀਤਾ ਹੋਇਆ ਸਭ ਦੇ ਮੂਹਰੇ ਇੱਕ ਦਿਨ ਆ ਜਾਣਾ ਹੈ। ਜਿਉਂ ਸਾਹਿਬ ਨਾਲ ਨਾ ਹਾਰੀਐ, ਤਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਜਿਉਂ ਸਾਹਿਬ ਨਾਲ ਨਾ ਹਾਰੀਏ, ਸਾਹਿਬ ਦੇ ਨਾਲ, ਸਾਹਿਬ ਵਾਲੇ ਪਾਸਿਓਂ ਹਾਰ ਨਾ ਜਾਈਏ ਕਿਤੇ। ਇੱਕ ਪਾਸੇ ਆ ਮਾਇਆ, ਇੱਕ ਪਾਸੇ ਆ ਸਾਹਿਬ ਨਾਮ। ਹੁਣ ਦੋਨੋਂ ਪਾਸੇ ਆ, ਕਿਤੇ ਇਹ ਨਾ ਹੋਵੇ ਵੀ ਮਾਇਆ 'ਚ ਫਸ ਕੇ ਸਾਹਿਬ ਵਾਲੇ ਪਾਸਿਓਂ ਹਾਰ ਜਾਈਏ। ਜਿਉਂ ਸਾਹਿਬ ਨਾਲ ਨਾ ਹਾਰੀਏ, ਤਵੇਹਾ ਪਾਸਾ ਢਾਲੀਏ। ਪਾਸਾ, ਇੱਕ ਤਾਂ ਆਪਾਂ ਪਾਸਾ ਕਹਿ ਦਿੰਦੇ ਹਾਂ ਵੀ ਉਹ ਪਾਸਾ ਢਾਲੋ ਵੀ ਸਾਹਿਬ ਦੇ ਨਾਲ ਜਿਹੜਾ ਸਾਡਾ ਮਿਲਾਪ ਹੋ ਜਾਵੇ। ਦੂਜੀ ਗੱਲ ਆ, ਪਾਸ਼ਾ ਹੁੰਦਾ ਖੇਡਣ ਵਾਲੀ ਚੀਜ਼, ਚਾਰ ਕ੍ਰੋਸ ਵਾਂਗੂ ਹੁੰਦਾ, ਕੌਡੀਆਂ ਦੇ ਨਾਲ ਖੇਡਿਆ ਜਾਂਦਾ। ਉਹ ਇਹ ਜੀਵਨ ਵੀ ਇੱਕ ਖੇਡ ਆ, ਇੱਥੇ ਵੀ ਤਮਾਸ਼ਾ ਹੋ ਰਿਹਾ। ਕਿਸੇ ਨੇ ਤਮਾਸ਼ਾ ਕਿਹਾ ਇਹਨੂੰ, ਕਿਸੇ ਨੇ ਖੇਡ ਕਿਹਾ, ਵੀ ਦੋ ਭਲਵਾਨ ਘੁਲ ਰਹੇ ਆ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕਾ, ਜਾ ਕਾ ਸਤਿਗੁਰ ਪੂਰਾ। ਇੱਥੇ ਸਾਡੇ ਨਾਲ ਲੜਾਈ ਝਗੜੇ ਹੋ ਰਹੇ ਆ, ਪਰ ਬਾਹਰਲੇ ਲੜਾਈ ਝਗੜਿਆਂ ਤੋਂ ਬਚਣਾ, ਆਪਣੇ ਅੰਦਰ ਲੜਾਈ ਝਗੜੇ ਕਰਨੇ ਆ। ਆਪਣੇ ਆਪ ਨਾਲ ਲੜਨਾ, ਆਪਣੇ ਵਿਕਾਰਾਂ ਨਾਲ ਲੜਨਾ, ਆਪਣੀਆਂ ਬੁਰਾਈਆਂ ਨਾਲ ਲੜਨਾ, ਆਪਣੀਆਂ ਬੁਰੀਆਂ ਆਦਤਾਂ ਨਾਲ ਲੜਨਾ, ਆਪਣੇ ਬੁਰੇ ਸੁਭਾਅ ਨਾਲ ਲੜਨਾ। ਮੈਂ ਚੰਗਾ ਹੋਣ ਦੀ ਕੋਸ਼ਿਸ਼ ਕਰਨੀ ਹੈ। ਜਿਉਂ ਸਾਹਿਬ ਨਾਲ ਨਾ ਹਾਰੀਐ, ਤਵੇਹਾ ਪਾਸਾ ਢਾਲੀਏ। ਐਸੀ ਖੇਡ ਖੇਡੀਏ ਕਿ ਸਾਹਿਬ ਵਾਲੇ ਪਾਸਿਓਂ ਹਾਰ ਨਾ ਜਾਈਏ, ਸੱਚ ਵਾਲੇ ਪਾਸਿਓਂ ਪਾਸਾ ਨਾ ਵੱਟੀਏ। ਇਹ ਨਾ ਹੋਵੇ ਵੀ ਸਾਨੂੰ ਬਾਅਦ ਦੇ ਵਿੱਚ ਜੁੱਤੀਆਂ ਦੀ ਸਜ਼ਾ ਮਿਲੇ ਦਰਗਾਹ ਦੇ ਵਿੱਚ, ਪ੍ਰਵਾਨ ਨਾ ਹੋਈਏ। ਨਾ ਭਾਈ, ਇਹ ਕੰਮ ਨਾ ਕਰੀਏ। ਕਿਛ ਲਾਹੇ ਉੱਪਰ ਘਾਲੀਐ, ਇਹ ਜੀਵਨ ਮਿਲਿਆ ਤੇ ਜੀਵਨ ਤੋਂ ਲਾਹਾ ਲੈ ਕੇ ਜਾਈਏ। ਹੁਣ ਇੱਕ ਬੰਦੇ ਨੂੰ ਜੀਵਨ ਮਿਲਿਆ, ਇੱਕ ਮੰਨ ਲਓ ਹੁਣ ਇਸ ਤਰ੍ਹਾਂ ਆਪਾਂ ਲਾ ਸਕਦੇ ਹਾਂ, ਕਿਸੇ ਕੋਲੇ 2 ਕਿੱਲੇ ਜਾਂ 5 ਕਿੱਲੇ ਦੀ ਖੇਤੀ ਆ ਕਿਸੇ ਦੀ। ਇੱਕ ਨੇ 5 ਕਿੱਲੇ ਖੇਤੀ ਲੈ ਲਈ ਮਾਮਲੇ ਤੇ ਉਹਨੇ ਬੀਜਿਆ ਬੂਜਿਆ ਕੁਝ ਨਹੀਂ, ਉਹ ਵਿੱਚੋਂ ਹੀ ਖਰਾਬ ਹੋ ਗਿਆ, ਵਿੱਚੋਂ ਹੀ ਘਾਹ ਫੂਸ ਹੋ ਗਿਆ, ਸਾਰਾ ਕੁਝ ਹੋ ਗਿਆ, ਤੇ ਸਮਾਂ ਸਾਲ ਉਵੇਂ ਹੀ ਲੰਘ ਗਿਆ। ਹੁਣ ਮਾਮਲੇ ਵਾਲਾ ਕਹਿੰਦਾ, ਲਿਆ ਬਈ ਮੇਰਾ ਮਾਮਲਾ, ਬਸ ਖਤਮ ਖੇਡਾ, ਕੁਛ ਨਹੀਂ ਦੇ ਸਕਦਾ ਕਿਉਂਕਿ ਕੀਤਾ ਕੁਛ ਨਹੀਂ। ਹੁਣ ਇੱਕ ਬੰਦੇ ਨੇ 5 ਕਿੱਲੇ ਮਾਮਲੇ ਤੇ ਲਏ, ਉਹਨੇ ਖੇਤ ਨੂੰ ਸਵਾਰਿਆ, ਬਣਾਇਆ, ਸੋਹਣੀ ਫਸਲ ਬੀਜੀ, ਆਮਦਨ ਕੱਢੀ, ਤੇ ਆਪਦੀ ਆਮਦਨ ਵੀ ਬਚ ਗਈ ਤੇ ਮਾਮਲੇ ਵਾਲੇ ਨੂੰ ਮਾਮਲਾ ਵੀ ਦੇਤਾ, ਲਓ ਭਾਈ। ਇਸੇ ਤਰ੍ਹਾਂ ਮਨਮੁਖ ਦਾ ਜੀਵਨ ਆ, ਉਹ ਪ੍ਰਮਾਤਮਾ ਅਕਾਲ ਪੁਰਖ ਨੇ ਸਾਨੂੰ ਸਭ ਨੂੰ ਧਰਤੀ ਤੇ ਭੇਜਿਆ। ਮਨਮੁਖਤਾ ਵਾਲਾ ਜੀਵਨ ਬਤੀਤ ਕਰਕੇ ਅਸੀਂ ਘਾਟੇ 'ਚ ਜਾਂਦੇ ਹਾਂ, ਸਾਡੇ ਅੰਦਰ ਘਾਹ ਫੂਸ ਔਗਣ ਹੋ ਜਾਂਦੇ ਆ, ਸਾਡੀ ਸਰੀਰ ਰੂਪੀ ਧਰਤੀ ਦੇ ਉੱਪਰ ਘਾਟਾ ਪੈ ਜਾਂਦਾ, ਸਾਨੂੰ ਫਸਲ ਨਹੀਂ ਹੁੰਦੀ ਨਾਮ ਦੀ, ਸੱਚ ਦੀ, ਗਿਆਨ ਦੀ, ਚੰਗੇ ਸ਼ੁਭ ਕਰਮਾਂ ਦੀ, ਚੰਗੀਆਂ ਆਦਤਾਂ ਦੀ ਇਹ ਫਸਲ ਨਹੀਂ ਬੀਜੀ। ਜਿਹੜੇ ਗੁਰਮੁਖ ਬੰਦੇ ਆ ਉਹ ਆਪਣੇ ਆਪ ਨੂੰ ਸਵਾਰ ਲੈਂਦੇ ਆ, ਆਪਣਾ ਖੇਤ ਸਵਾਰ ਲੈਂਦੇ ਆ, ਉਹ ਸੋਹਣੀਆਂ ਫਸਲਾਂ ਬੀਜਦੇ ਆ ਤੇ ਜਿੱਤ ਕੇ ਬਾਜੀ ਇੱਥੋਂ ਜਾਂਦੇ ਆ। ਇਸ ਤਰ੍ਹਾਂ ਜਾਂ ਆਪਾਂ ਕਹਿ ਲਈਏ ਵੀ ਇੱਕ ਜਿਹੜਾ ਖਿਡਾਰੀ ਆ, ਜਿਹੜਾ ਤਾਂ ਚੰਡਿਆ ਹੋਇਆ, ਜਿਹੜਾ ਆਪਣੇ ਉਸਤਾਦ ਦੇ ਮੁਤਾਬਕ ਚੱਲਦਾ, ਜਿਹੜਾ ਗੁਰੂ ਦੇ ਮੁਤਾਬਕ ਚੱਲਦਾ, ਉਹ ਖੇਡ ਨੂੰ ਜਿੱਤ ਜਾਂਦਾ। ਇੱਕ ਉਹੀ ਲੀੜੇ ਲਾ ਕੇ ਆ ਗਿਆ, ਉਹ ਹਾਰ ਜਾਂਦਾ। ਇਸ ਤਰ੍ਹਾਂ ਇਹ ਖੇਡ ਚੱਲ ਰਹੀ ਹੈ। ਖੇਡ ਦੇ ਨਿਯਮ ਪਤਾ ਹੋਣਾ ਚਾਹੀਦਾ, ਕਾਨੂੰਨ ਪਤਾ ਹੋਣਾ ਚਾਹੀਦਾ, ਗਰਾਊਂਡ ਪਤਾ ਹੋਣਾ ਚਾਹੀਦਾ। ਇਸੇ ਤਰ੍ਹਾਂ ਗੁਰਬਾਣੀ ਸਾਨੂੰ ਸਾਰਾ ਕੁਝ ਸਮਝਾਉਂਦੀ ਹੈ ਵੀ ਆਹ ਗਰਾਊਂਡ ਆ, ਆਹ ਤੇਰੇ ਦੁਸ਼ਮਣ ਆ, ਆਹ ਤੇਰੇ ਦੋਸਤ ਆ, ਇਹਨਾਂ ਨਾਲ ਲੜਨਾ, ਇਹਨਾਂ ਦਾ ਤੂੰ ਆਸਰਾ ਲੈਣਾ, ਟੀਮ ਵਰਕ ਕਰਨਾ। ਜੇ ਕਿਤੇ ਗੁਰੂ ਦੇ ਮੁਤਾਬਕ ਚੱਲ ਪਈਏ, ਅਸੀਂ ਗੁਰਮੁਖ ਬਣ ਜਾਈਏ ਤਾਂ ਜੀਵਨ ਸਫਲ ਆ। ਜੇ ਗੁਰੂ ਦੇ ਮੁਤਾਬਕ ਨਾ ਚੱਲੇ, ਜੀ ਮਨਮੁਖ ਬਣ ਕੇ ਜੀਵਨ ਕੱਟ ਲਿਆ ਤਾਂ ਜੀਵਨ ਅਸਫਲ ਆ, ਘਾਟੇ 'ਚ ਗਿਆ, ਲਾਹਾ ਨਹੀਂ ਖੱਟਿਆ। ਮਹਾਰਾਜ ਸਮਝਾ ਰਹੇ ਹਨ, ਕਿਛ ਲਾਹੇ ਉੱਪਰ ਘਾਲੀਐ, ਲਾਹਾ ਖੱਟਣ ਦੀ ਕੋਸ਼ਿਸ਼ ਕਰੋ ਭਾਈ। ਜਿਤ ਸੇਵਿਆਂ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ।
जित कीता पाईਐ ਆਪਣਾ, सा घाल बुरी क्यों घालीਐ। मंदा मूल ना कीचई, दे लम्मी नदर निहालीਐ। ज्यों साहिब नाल ना हारीਐ, तवेहा पासा ढालीਐ। किछ लाहे उपर कालीਐ। तेरी घाल आ, तेरी मेहनत आ जिहड़ी, ਇਹ ਲਾਹੇ ਵਾਲੀ ਹੋਵੇ। ਜਿਹੜੇ ਧਰਮ ਦੇ ਵਿੱਚ ਅਸੀਂ ਕੋਈ ਵੀ ਕੰਮ ਕਰਦੇ ਹਾਂ, ਜੇ ਤਾਂ ਗੁਰੂ ਮੁਤਾਬਕ ਕਰਾਂਗੇ ਭਾਈ, ਫਿਰ ਤਾਂ ਲਾਹੇ 'ਚ ਜਾਵਾਂਗੇ। ਜੇ ਆਪਣੀ ਮਰਜ਼ੀ ਮੁਤਾਬਕ ਕਰੀ ਜਾਵਾਂਗੇ ਫਿਰ ਘਾਟੇ 'ਚ ਜਾਵਾਂਗੇ। ਲਾਹਾ ਖੱਟਣਾ ਤਾਂ ਗੁਰੂ ਨਾਲ ਜੁੜੋ, ਗੁਰਬਾਣੀ ਨਾਲ ਜੁੜੋ, ਗਿਆਨ ਨਾਲ ਜੁੜੋ, ਆਪਣਾ ਜੀਵਨ ਸੰਵਾਰੋ ਤੇ ਜਿਉਂਦਿਆਂ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਕਰੋ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ, ਦਰਗਹਿ ਮਾਨ। ਦਰਗਾਹ ਦੇ ਵਿੱਚ ਮਾਣ ਪ੍ਰਾਪਤ ਹੋਵੇ, ਪ੍ਰਧਾਨ ਬਣ ਜਾਓ ਤੁਸੀਂ। ਐਸਾ ਜੀਵਨ ਜਿਹੜਾ ਬਣਾ ਲਓ। ਮਹਾਰਾਜ ਸਮਝਾ ਰਹੇ ਹਨ, ਜੇ ਤਾਂ ਗੁਰੂ ਨਾਲ ਜੁੜ ਗਏ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਗੁਰੂ ਨਾਲ ਜੁੜੇ ਹੋਏ ਦੇਵਤੇ ਬਣ ਜਾਂਦੇ ਆ। ਨਹੀਂ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ। ਬਸ ਲੋਕ ਪਚਾਰਾ ਹੀ ਆ, ਲੋਕਾਂ ਦੀ ਹੀ ਜਿਹੜਾ ਹੈ ਬਈ ਆਹ ਨਾ ਨਾਰਾਜ਼ ਹੋ ਜੇ, ਉਹ ਨਾ ਹੋ ਜੇ। ਸੱਚ ਨਹੀਂ ਬੋਲਣਾ, ਸੱਚੀ ਗੁਰਬਾਣੀ ਦੀ ਵਿਆਖਿਆ ਨਹੀਂ ਕਰਨੀ। ਇਸ ਤਰ੍ਹਾਂ ਅਸੀਂ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਹਾਂ। ਜੇ ਸੱਚ ਸੁਣਾਉਂਦੇ ਹਾਂ, ਸੱਚ ਸੁਣਦੇ ਹਾਂ, ਸੱਚ 'ਤੇ ਚੱਲਦੇ ਹਾਂ ਤੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਹਾਂ। ਇਸ ਕਰਕੇ ਗੁਰਬਾਣੀ ਨਾਲ, ਗੁਰੂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜੇ ਹਲੇ ਤੱਕ ਨਹੀਂ ਜੁੜੇ ਤਾਂ ਗੁਰਬਾਣੀ ਨਾਲ, ਗੁਰੂ ਨਾਲ ਜੁੜੋ, ਆਪ ਪੜ੍ਹੋ ਅਤੇ ਹੋਰਾਂ ਨੂੰ ਵੀ ਪੜ੍ਹਾਓ। ਭਾਈ ਭੁੱਲਾਂ ਗਲਤੀਆਂ ਦੀ ਮਾफ़ੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।